ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਅੱਜ ਗੱਲ ਕਰਦੇ ਹਾਂ ਗੁਰੂ ਕੇ ਬੇਟੇ ਕਿਤਾਬ ਵਿੱਚੋਂ ਦਰਾਵੜਾਂ ਦੇ ਸੈਨਿਕ ਚੁੜਾਮਣੀ। ਭਾਰਤੀਆਂ ਦਲਿਤ ਸਾਹਿਤ ਅਕਾਦਮੀ ਦਿੱਲੀ ਦੇ ਹਫ਼ਤਾਵਾਰ ਪੱਤਰ ਹਮਾਇਤੀ ਅੰਕ 35 ਮਈ 1999 ਵਿੱਚ ਇੱਕ ਸੁਪ੍ਰਸਿੱਧ ਭਾਰਤ ਦੇ ਵਿਦਵਾਨ ਡਾਕਟਰ ਸੁੰਦਰ ਲਾਲ ਸਾਗਰ ਨੇ ਆਪਣੇ ਲੇਖ ਭਾਰਤ ਦੇ ਦਰਾਵੜ ਨਾਗ ਹੀ ਆਦਿਵਾਸੀ ਵਿੱਚ ਲਿਖਦਿਆਂ ਇਹ ਸਾਬਤ ਕੀਤਾ ਹੈ ਕਿ ਨਾਗਵੰਸ਼ ਮੂਲ ਭਾਰਤ ਦਾ ਸਭ ਤੋਂ ਪਹਿਲਾ ਪ੍ਰਾਚੀਨ ਅਤੇ ਮਹੱਤਵਪੂਰਨ ਕਬੀਲਾ ਰਿਹਾ ਹੈ। ਇਸ ਨੂੰ ਆਰੀਆ ਲੋਕਾਂ ਨੇ ਹਮਲੇ ਕਰਕੇ ਕਮਜ਼ੋਰ ਕੀਤਾ, ਪਰ ਉਹਨਾਂ ਦੀ ਹੋਂਦ ਖਤਮ ਨਾ ਹੋਈ। ਸਾਗਰ ਸਾਹਿਬ ਲਿਖਦੇ ਹਨ ਕਿ ਪ੍ਰਾਚੀਨ ਕਾਲ ਵਿੱਚ ਨਾਗਵੰਸ਼ੀਆਂ ਦੀ ਮੁੱਖ ਪਹਿਚਾਣ ਜੋ ਉਹਨਾਂ ਦੀ ਮੋਹਰ, ਸਿੱਕਿਆਂ ਤੇ ਨਿਸ਼ਾਨ ਅਤੇ ਸਿਰ ਤੇ ਤਾਜ ਵਿਚਕਾਰ ਜਿਹੜਾ ਸ਼ੇਸ਼ਨਾਗ ਦਾ ਸਰੂਪ ਉਕਰਿਆ ਹੁੰਦਾ ਸੀ, ਅਰਥਾਤ ਸ਼ੇਸ਼ਨਾਗ ਨਾਗਵੰਸ਼ੀਆਂ ਦਾ ਇੱਕ ਪ੍ਰਕਾਰ ਦਾ ਨਿਸ਼ਾਨ ਸਾਹਿਬ ਸੀ। ਸਭ ਤੋਂ ਪਹਿਲਾਂ ਮਨੁੱਖੀ ਸਭਿਅਤਾ ਦੇ ਲਗਭਗ 10,000 ਸਾਲ ਪਹਿਲਾਂ ਪਿੰਜਿਆਂ ਦੇ ਮੱਧ ਭਾਗ ਮੈਸੋਪੋਟਾਮੀਆ ਵਿੱਚ ਜਨਮ ਲਿਆ। ਇਹ ਦੁਨੀਆ ਦੇ ਸਭ ਤੋਂ ਪਹਿਲੇ ਮਨੁੱਖ ਸਨ ਜਿਨ੍ਹਾਂ ਨੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਰੀਤੀ ਰਿਵਾਜਾਂ ਦਾ ਵਿਕਾਸ ਕੀਤਾ, ਸਿੰਚਾਈ ਵਾਸਤੇ ਨਹਿਰਾਂ ਦਾ ਨਿਰਮਾਣ ਕੀਤਾ, ਲਿਖਣ ਦੀ ਕਲਾ ਦੀ ਖੋਜ 3300 ਈਸਵੀ ਪੂਰਵ ਵਿੱਚ ਕੀਤੀ, ਜਿਸ ਨਾਲ ਅੱਜ 4000 ਈਸਵੀ ਪੂਰਵ ਤੱਕ ਦਾ ਕਾਲ ਲਿਖਣਾ ਸੰਭਵ ਹੋ ਸਕਿਆ। ਇਹ ਉਸ ਯੁੱਗ ਦੀ ਗੱਲ ਹੈ ਜਦੋਂ ਦੁਨੀਆ ਜ਼ਿਆਦਾ ਤੋਂ ਜ਼ਿਆਦਾ ਜਾਤਾਂ ਅਸੰਭਵ ਜੀਵਨ ਜੀ ਰਹੀਆਂ ਸਨ। ਮਾਤ ਦੇਵੀ ਅਤੇ ਨਾਗ ਪੂਜਾ ਦੀ ਪ੍ਰਾਚੀਨ ਸਮੇਂ ਵਿੱਚ ਭੂ-ਮੱਧ ਸਾਗਰ ਦੇ ਪੂਰਬੀ ਤੱਟ ਤੋਂ ਲੈ ਕੇ ਭਾਰਤ ਦੇ ਵਿਸ਼ਾਲ ਖੇਤਰ ਵਿੱਚ ਪ੍ਰਚਲਿਤ ਸੀ। ਇਹਨਾਂ ਲੋਕਾਂ ਵਿੱਚ ਮਾਤਾ ਪ੍ਰਧਾਨ ਪਰਿਵਾਰ ਅਤੇ ਰਾਜਨੀਤਿਕ ਵਿਵਸਥਾ ਸ਼੍ਰੇਣੀਆਂ ਉੱਤੇ ਆਧਾਰਿਤ ਸਿਲਪਿਕ ਅਤੇ ਵਪਾਰਕ ਧੰਦੇ ਅਤੇ ਅਜਿਹੇ ਸ਼ਾਸਕਾਂ ਦਾ ਜੋ ਸ਼ਹਿਰ ਦੇ ਮੰਦਰ ਤੋਂ ਪੁਰੋਹਿਤ ਵੀ ਹੁੰਦੇ ਸਨ ਦਾ ਰਿਵਾਜ ਸੀ। ਦਰਾਵੜਾਂ ਦੀ ਸੱਤਾ ਭਾਰਤ ਵਿੱਚ ਵਿਕਸਿਤ ਹੋ ਕੇ ਭੂ-ਮੱਧ ਸਾਗਰ ਤੱਕ ਫੈਲੀ ਹੋਈ ਸੀ। ਇਹਨਾਂ ਲੋਕਾਂ ਨੇ ਭਾਰਤ ਵਿੱਚ ਸਿੰਧ ਘਾਟੀ ਦੀ ਮਹਾਨ ਸੱਭਿਅਤਾ ਨੂੰ ਜਨਮ ਦਿੱਤਾ। ਉੱਥੋਂ ਦੇ ਪ੍ਰਾਚੀਨ ਸ਼ਹਿਰਾਂ ਦੀ ਖੁਦਾਈ ਵਿੱਚ ਚੀਕਨੀ ਮਿੱਟੀ ਦੀਆਂ ਮਾਤ ਦੇਵੀਆਂ ਦੀਆਂ ਮੂਰਤੀਆਂ, ਮੋਹਰਾਂ ਅਤੇ ਮੋਹਰ ਛਾਪਿਆਂ ਨਾਲ ਨਾਗ ਦੀਆਂ ਆਕ੍ਰਿਤੀਆਂ ਪ੍ਰਾਪਤ ਹੋਈਆਂ। ਭਾਰਤ ਦੀ ਅਲਪਾਈਨ ਕਿਸਮ ਦੇ ਲੋਕਾਂ ਦਾ ਪਲਾਇਨ ਉੱਤਰ ਪੂਰਬੀ ਭਾਗ ਤੋਂ ਹੜੱਪਾ ਸੱਭਿਅਤਾ ਦੇ ਚੋਟੀ ਦੇ ਉੱਨਤੀ ਦੇ ਸਮੇਂ ਭਾਗ ਲਗਭਗ 2109 ਈਸਵੀ ਪੂਰਵ ਵਿੱਚ ਹੋਇਆ, ਜੋ ਕਿ ਇੱਕ ਵਿਕਸਿਤ ਸੱਭਿਅਤਾ ਦੇ ਨਾਲ ਇੱਕ ਪਾਲਤੂ ਘੋੜਾ ਵੀ ਆਪਣੇ ਨਾਲ ਲਿਆਏ। ਪੁਰਾਤਨ ਕਥਾਵਾਂ ਅਤੇ ਉਸ ਸਮੇਂ ਸ਼ਹਿਰ ਦੀ ਖੁਦਾਈ ਤੋਂ ਮਿਲੇ ਪੁਰਾਤਨ ਤੱਤਾਂ ਦੇ ਪ੍ਰਮਾਣਾਂ ਦੇ ਆਧਾਰ ਤੇ ਪ੍ਰਸਿੱਧ ਪੁਰਾਤਨ ਤੱਤ ਦੇ ਜਾਣੂ ਨਾਨਾਵਤੀ ਦੇ ਉਹਨਾਂ ਦੀ ਪਹਿਚਾਣ ਮੀਰਾਂ ਦੇ ਰੂਪ ਵਿੱਚ ਕੀਤੀ ਹੈ। ਇਹਨਾਂ ਲੋਕਾਂ ਦਾ ਕਾਲੇ ਅਤੇ ਲਾਲ ਮਿੱਟੀ ਦੇ ਭਾਂਡਿਆਂ ਦੀ ਸੱਭਿਅਤਾ ਨਾਲ ਸੰਬੰਧ ਸੀ। ਭਾਰਤ ਵਿੱਚ ਆਉਣ ਤੋਂ ਬਾਅਦ ਇਹਨਾਂ ਨੇ ਆਪਣੇ ਦੋ ਮੁੱਖ ਨਿਵਾਸ ਕੇਂਦਰਾਂ ਦੀ ਸਥਾਪਨਾ ਕੀਤੀ। ਇੱਕ ਆਧੁਨਿਕ ਉੱਤਰ ਪ੍ਰਦੇਸ਼ ਦੇ ਦੱਖਣ ਪੂਰਬੀ ਭਾਗ ਵਿੱਚ ਜਿੱਥੇ ਬੁੱਧ ਅਤੇ ਜੈਨ ਧਰਮ ਨੇ ਜਨਮ ਲਿਆ, ਅਤੇ ਦੂਸਰਾ ਮਹਾਰਾਸ਼ਟਰ ਦੇ ਵਿਦਰਭ ਖੇਤਰ ਵਿੱਚ ਪ੍ਰਾਚੀਨ ਕਾਲ ਵਿੱਚ ਨਾਗ ਭੂਮੀ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਲਗਭਗ 650 ਈਸਵੀ ਪੂਰਵ ਤੋਂ ਬਾਅਦ ਵੈਦਿਕ ਆਰੀਆ ਸੱਭਿਅਤਾ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ। ਨਾਗਾਂ ਨੇ ਪਤਾਲਪੁਰੀ, ਸਿੰਧ ਦਾ ਮੁਹਾਨਾ, ਤਕਸਿਲਾ ਦੇ ਪਹਾੜੀ ਖੇਤਰਾਂ ਤੇ ਜੰਗਲਾਂ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਲੋਹ ਤਕਨੀਕ ਨਾਲ ਸਜਾਇਆ ਅਤੇ ਇਕੱਠਾ ਕੀਤਾ ਅਤੇ ਹੌਲੀ-ਹੌਲੀ ਹਸਤਨਾਪੁਰ ਵਿੱਚ ਆਪਣਾ ਅਧਿਕਾਰ ਕਰ ਲਿਆ। ਬਾਅਦ ਵਿੱਚ ਆਪਣੀ ਸੱਤਾ ਕਾਸੀ, ਕੌਂਸਲ ਅਤੇ ਮਗਧ ਤੱਕ ਵਧਾ ਲਈ। ਜੈਨੀਆਂ ਦੇ 22ਵੇਂ ਤੀਰਥੰਕਰ ਅਰਸਾਨਾਥ ਕਾਂਸੀ ਦੇ ਇੱਕ ਨਾਗ ਰਾਜਕੁਮਾਰ ਸਨ। ਉਹਨਾਂ ਨੂੰ ਮਹਾਂਪੁਰਾਣ ਵਿੱਚ ਉਗਰਵੰਸ਼ੀ ਅਤੇ ਨਾਗਵੰਸ਼ੀ ਕਿਹਾ ਹੈ। ਉਹਨਾਂ ਦਾ ਖਾਸ ਚਿੰਨ੍ਹ ਨਾਗ ਸੀ। ਮਗਧ ਦੇ ਸ਼ਿਸ਼ੂ ਨਾਗਵੰਸ਼ ਦਾ ਸੰਸਥਾਪਕ ਸ਼ਿਸ਼ੂ ਨਾਗ ਪਾਰਸਾਨਾਥ ਦੇ ਰਾਜ ਪਰਿਵਾਰ ਦੀ ਇੱਕ ਹੀ ਸੰਤਾਨ ਸੀ। ਉਹ ਲੋਕ ਆਪਣੇ ਆਪ ਨੂੰ ਕਸ਼ਯਪ ਗੋਤਰੀ ਕਹਿਲਾਉਂਦੇ ਸਨ। ਕਸ਼ਯਪ ਇੱਕ ਪ੍ਰਸਿੱਧ ਜੈਨ ਮੁਨੀ ਸੀ। ਹੈਮ ਅਤੇ ਮੁਨੀ ਸੁਬਰਤ ਛੱਡ ਕੇ ਬਾਕੀ 22 ਤੀਰਥਕਾਰਾਂ ਦਾ ਕਸ਼ਯਪ ਗੋਤਰ ਸੀ। ਆਦਿ ਪੁਰਾਣ ਦੇ ਅਨੁਸਾਰ ਇਸ ਵਰਗ ਅਥਵਾ ਨਾਗਵੰਸ਼ੀ ਇੱਕ ਅਰਸਾਨਾਥ ਦਾ ਜਨਮ ਹੋਇਆ। ਉਸ ਦਾ ਸੰਸਥਾਪਕ ਕਸ਼ਯਪ ਸੀ। ਤੀਰਥਕਾਰਾਂ ਦਾ ਗੋਤਰ ਕਸ਼ਯਪ ਹੋਣ ਦਾ ਅਰਥ ਹੋਏਗਾ ਕਿ ਉਹ ਅਨਾਰੀਆ ਸਨ। ਬੁੱਧ ਦੀ ਉਤਪੱਤੀ ਵੀ ਨਾਗਾਂ ਤੋਂ ਹੋਈ। ਸਾਡੇ ਕੋਲ ਇਸ ਗੱਲ ਦੇ ਪੁਸ਼ਟ ਪ੍ਰਮਾਣ ਹਨ ਕਿ ਨਾਗਾਂ ਦੀ ਤਰ੍ਹਾਂ ਇਸ ਪਰਿਵਾਰ ਵਿੱਚ ਵੀ ਮਾਤਾ ਪ੍ਰਧਾਨ ਪਰਿਵਾਰ ਅਤੇ ਸ਼ਾਸਨ ਵਿਵਸਥਾ ਦੀ ਪ੍ਰਥਾ ਸੀ। ਨਾਗਾਂ ਦੀ ਉਤਪੱਤੀ ਦਾ ਸਾਧਨ ਆਣ ਭਾਰਤ ਹੀ ਹੈ। ਨਾਗਾਂ ਵਿੱਚ ਵੈਦਿਕ ਬ੍ਰਾਹਮਣ ਵਰਗ ਵਿਵਸਥਾ ਦੇ ਵਿਰੁੱਧ ਇੱਕ ਹੀ ਵਿਅਕਤੀ ਪੁਰੋਹਿਤ ਵੀ ਹੁੰਦਾ ਸੀ ਅਤੇ ਸ਼ਾਸਕ ਵੀ ਹੁੰਦਾ ਸੀ। ਇਹੋ ਮੂਲ ਕਾਰਨ ਸੀ ਕਿ ਬੁੱਧ ਅਤੇ ਸਾਰੇ ਜੈਨ ਤੀਰਥੰਕਰ ਰਾਜ ਰਿਸ਼ੀ ਸਨ। ਉਹ ਧਾਰਮਿਕ ਪੁਰਸ਼ ਹੋਣ ਦੇ ਨਾਲ ਰਾਜਕੁਮਾਰ ਵੀ ਸਨ। ਨਾਗ ਰਾਜ ਪਰਿਵਾਰ ਕੁਝ ਇਸ ਤਰ੍ਹਾਂ ਹਨ। ਮਗਧ ਦੇ ਸ਼ਿਸ਼ੂ ਨਾਗ, ਮੱਧ ਦੇਸ਼ ਦੇ ਸ਼ਿਸ਼ੂ ਨਾਗ, ਮੱਧ ਦੇਸ਼ ਦੇ ਵਾਕਾਟਕ ਤੇ ਵਿਦ੍ਰਿਸ਼ਾ, ਪਦਮਾਵਤੀ, ਏਰਨ, ਮਥੁਰਾ, ਐਸ਼ਤਰਾ, ਕੋਸ਼ਾਵੀ, ਮਾਲਵਾ, ਕਰਕੋਟੀ ਅਤੇ ਭੋਗਵਤੀ ਦੇ ਨਾਗ, ਕਸ਼ਮੀਰ ਦੇ ਗੁਨੰਦਾ, ਲੋਹਾਰਾ, ਕੋਟ, ਪੰਜਾਬ ਦੇ ਉਕ ਸ਼ਕ, ਦੱਖਣ ਦੇ ਅਲੁਕਿਆ, ਚੁਰੂ, ਪਲਵ, ਦੰਬ ਅਤੇ ਸਿੰਧਕ ਆਦਿ। ਇਹਨਾਂ ਵਿੱਚੋਂ ਜ਼ਿਆਦਾਤਰ ਰਾਜ ਪਰਿਵਾਰਾਂ ਨੇ 500 ਈਸਵੀ ਪੂਰਵ ਅਤੇ 500 ਈਸਵੀ ਦੇ ਵਿਚਕਾਰ ਰਾਜ ਕੀਤਾ। ਕੁਝ ਮੁਸਲਮਾਨ ਕਾਲ ਤੱਕ ਰਾਜ ਕਰਦੇ ਰਹੇ। ਸਰਮਨ ਸੰਗਰ ਨੇ ਧਰਮ ਦੇ ਖੇਤਰ ਵਿੱਚ ਭਾਰਤ ਦੇ ਕੋਨੇ-ਕੋਨੇ ਵਿੱਚ ਬੁੱਧ ਅਤੇ ਜੈਨ ਧਰਮਾਂ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ, ਜਿਨ੍ਹਾਂ ਦਾ ਆਧਾਰ ਵੈਦਿਕ ਬ੍ਰਾਹਮਣੀ ਵਰਨ ਵਿਵਸਥਾ ਦੇ ਵਿਰੁੱਧ ਬਰਾਬਰੀ ਦਾ ਭਾਈਚਾਰਾ ਸੀ। ਵਿਗਿਆਨਕ ਅਤੇ ਤਰਕਸ਼ੀਲ ਸੋਚ ਸੀ। ਇਹਨਾਂ ਨੇ ਰਾਜਨੀਤੀ ਦੇ ਖੇਤਰ ਵਿੱਚ ਗਣਸੰਘੀ ਗਣਰਾਜ ਵਿਵਸਥਾ ਦਾ ਆਰੰਭ ਕੀਤਾ, ਜਿਸ ਵਿੱਚ ਹਰੇਕ ਘਟਕ ਜਨਜਾਤੀ ਦਾ ਪ੍ਰਮੁੱਖ ਪੁਕਾਰਿਆ ਜਾਂਦਾ ਸੀ, ਜਿਨ੍ਹਾਂ ਵਿੱਚ ਵਜੀ ਸੰਘ, ਪਦਮਾਵਤੀ ਅਤੇ ਮਾਲਵ ਸੰਘ ਮੁੱਖ ਸਨ। ਜਨਜਾਤੀ ਦੇ ਹਰੇਕ ਮੈਂਬਰ ਨੂੰ ਜ਼ਰੂਰੀ ਰੂਪ ਵਿੱਚ ਸ਼ਸਤਰ ਵਿੱਦਿਆ ਸਿਖਾਈ ਜਾਂਦੀ ਸੀ ਅਤੇ ਯੁੱਧ ਦੇ ਹਾਲਾਤ ਵਿੱਚ ਸਭ ਤੋਂ ਜ਼ਰੂਰੀ ਰੂਪ ਵਿੱਚ ਭਾਗ ਲੈਣਾ ਹੁੰਦਾ ਸੀ, ਪਰ ਸ਼ਾਂਤੀ ਕਾਲ ਵਿੱਚ ਆਪਣੇ ਪਾਲਣ ਪੋਸ਼ਣ ਵਾਸਤੇ ਕੋਈ ਵੀ ਧੰਦਾ ਕਰਨ ਦੀ ਛੂਟ ਸੀ। ਇਹੋ ਮੁੱਖ ਕਾਰਨ ਸੀ ਕਿ ਅਜਿਹੇ ਸੰਘ ਅਜਿੱਤ ਸਨ। ਇਸੇ ਕਰਕੇ ਇਸ ਯੁੱਧ ਵਿੱਚ ਵਿਸ਼ਾਲ ਅਤੇ ਲੰਮੇ ਸਮੇਂ ਵਾਲੇ ਰਾਜ ਹੋਂਦ ਵਿੱਚ ਆਏ। ਸਤਵਾਹਨ ਰਾਜ ਪਰਿਵਾਰ ਨੇ 500 ਸਾਲ 235 ਈਸਵੀ ਪੂਰਵ ਤੋਂ 225 ਈਸਵੀ ਤੱਕ ਰਾਜ ਕੀਤਾ। ਨੰਦਾ ਤੇ ਮੌਰੀਆ ਇਹ ਸਾਮਰਾਜ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਰਾਜ ਸਨ। ਕਸ਼ਮੀਰ ਦੇ ਲਲਿਤਾ ਦਿੱਤਿਆ, ਮੁਕਤਾ, ਪੀੜਬਾ,
ਕਾਟਕ ਦੇ ਦੱਖਣ ਭਾਰਤ ਤੋਂ ਲੈ ਕੇ ਮੱਧ ਏਸ਼ੀਆ ਤੱਕ ਦੇ ਵਿਸ਼ਾਲ ਖੇਤਰ ਵਿੱਚ ਰਾਜ ਕੀਤਾ। ਸਾਹਿਤ ਦੇ ਅਨੁਸਾਰ ਬਨਾਰਸ ਦੇ ਨੇੜੇ ਤੇੜੇ ਕੁਮਾਰ, ਤਰਖਾਣ ਅਤੇ ਬੁਣਕਰਾਂ, ਟੋਕਰੀਆਂ ਬਣਾਉਣ ਵਾਲਿਆਂ ਦੇ ਪੂਰੇ ਪਿੰਡ ਵਸੇ ਹੋਏ ਸਨ। ਉਹਨਾਂ ਦੇ ਬੁੱਧ ਅਤੇ ਜੈਨ ਵਰਗੇ ਵਿਗਿਆਨਕ ਧਰਮ ਸਨ। ਸਿੰਧ ਘਾਟੀ ਸੱਭਿਅਤਾ ਦੇ ਨਾਸ਼ ਤੋਂ ਬਾਅਦ ਅਸ਼ੋਕ ਪਹਿਲਾ ਭਾਰਤੀ ਰਾਜਾ ਸੀ ਜਿਸ ਨੇ ਭਵਨ ਨਿਰਮਾਣ ਲਈ ਇੱਟਾਂ ਅਤੇ ਪੱਥਰਾਂ ਦਾ ਪ੍ਰਯੋਗ ਕੀਤਾ। ਅਸ਼ੋਕ ਦੇ ਬਾਬਾ ਚੰਦਰਗੁਪਤ ਮੌਰੀਆ ਦੇ ਮਹਿਲ ਅਤੇ ਵਿਸ਼ਾਲ ਚਾਰਦੀਵਾਰੀ ਲੱਕੜੀ ਦੀ ਬਣੀ ਹੋਈ ਸੀ। ਇਸੇ ਯੁੱਧ ਵਿੱਚ ਪਹਿਲੀ ਵਾਰ ਪੱਥਰਾਂ ਦੀਆਂ ਮੂਰਤੀਆਂ ਬਣੀਆਂ, ਪੱਥਰ ਦੀਆਂ ਲੱਠਾਂ, ਵਿਸ਼ਾਲ ਚੇਤਿਆਂ ਅਤੇ ਸਰੂਪਾਂ ਦਾ ਨਿਰਮਾਣ ਹੋਇਆ। ਲੋਹ ਤਕਨੀਕ ਜਿਸ ਦੀ ਖੋਜ 1400-1500 ਈਸਵੀ ਦੇ ਪੂਰਬ ਲਗਭਗ ਹੋਈ 800 ਈਸਵੀ ਦੇ ਪੂਰਬ ਵਿੱਚ ਵਿਕਸਿਤ ਕੀਤੀ ਗਈ, ਜਿਸ ਨੇ ਅਸਲ ਵਿੱਚ ਮਨੁੱਖੀ ਤਰੱਕੀ ਦੇ ਬੀਜ ਬੀਜੇ। ਅਜਿਹੀ ਵਰਣਮਾਲਾ ਜਿਸ ਵਿੱਚ ਸ਼ਬਦਾਂ ਦੀ ਧੁਨੀ ਨੂੰ ਖੋਜਣ ਵਾਲੇ ਯਹੂਦੀਆਂ ਨੇ ਪਹਿਲ ਕੀਤੀ ਸੀ, ਜਿਸ ਨੂੰ 800-700 ਈਸਵੀ ਵਿੱਚ ਵਪਾਰੀ ਭਾਰਤ ਵਿੱਚ ਲੈ ਕੇ ਆਏ। ਭਾਰਤ ਦੀਆਂ ਸਾਰੀਆਂ ਆਧੁਨਿਕ ਲਿਪੀਆਂ ਦਾ ਜਨਮ ਇਸੇ ਲਿਪੀ ਤੋਂ ਹੋਇਆ ਹੈ। ਹਿੰਦੀ ਭਾਸ਼ਾ ਲਿਪੀ ਨੂੰ ਦੇਵਨਾਗਰੀ ਕਹਿਣ ਦਾ ਕਾਰਨ ਹੈ ਕਿ ਇਸ ਦੇ ਸ਼ਬਦਾਂ ਨੂੰ ਸਿਰ ਦੇ ਉੱਤੇ ਬੰਨ੍ਹ ਕੇ ਪ੍ਰਥਾ ਦਾ ਆਰੰਭ ਸਭ ਤੋਂ ਪਹਿਲਾਂ ਨਾਗਾਂ ਨੇ ਕੀਤਾ। ਇਸੇ ਤਰ੍ਹਾਂ ਸਥਾਪਤ ਕਲਾ ਅਤੇ ਸਜਾਵਟ ਦੀ ਚਿੱਤਰਕਾਰੀ ਦੇ ਖੇਤਰ ਵਿੱਚ ਨਾਗਰਿਕ ਸ਼ੈਲੀ ਨਾਗਾਂ ਦੀ ਹੀ ਅਮੁੱਲ ਦੇਣ ਹੈ। ਨਗਰ ਸ਼ਬਦ ਦੀ ਉਤਪੱਤੀ ਨਾਗ ਨਗਰ ਸ਼ਬਦ ਤੋਂ ਹੋਈ, ਭਾਵ ਉਹ ਬਸਤੀ ਜਿੱਥੇ ਨਾਗ ਨਿਵਾਸ ਕਰਦੇ ਹਨ, ਯਾਨੀ ਕਿ ਤਰ੍ਹਾਂ ਦੀ ਕਿਸੇ ਵੀ ਰੀਤ ਨੂੰ ਨਾਗਾਂ ਅਰਥਾਤ ਨਾਗਵੰਸ਼ੀਆਂ ਨੇ ਜਨਮ ਦਿੱਤਾ। ਆਰੀਆ ਸੱਭਿਅਤਾ ਝੋਪੜੀਆਂ ਅਤੇ ਪਿੰਡਾਂ ਵਿੱਚ ਵਿਕਸਿਤ ਹੋਈ। ਨਾਗਾਂ ਤੋਂ ਨਾਗਰਿਕ ਸੱਭਿਅਤਾ ਨਗਰ ਨਿਵਾਸੀ ਸ਼ਬਦ ਦੀ ਉਤਪੱਤੀ ਹੋਈ। ਦੂਜੇ ਪਾਸੇ ਆਰੀਆ ਲੋਕ ਅਰਧ ਸੱਭਿਅਕ ਗੁੱਸੇਖੋਰ ਪਸ਼ੂਆਂ ਦੇ ਚਰਵਾਹੇ ਸਨ। ਭਾਰਤ ਵਿੱਚ ਉਹਨਾਂ ਦਾ ਆਉਣਾ ਸਿੰਧੂ ਘਾਟੀ ਦੇ ਸ਼ਹਿਰਾਂ ਦੇ ਵਿਨਾਸ਼ ਦਾ ਕਾਰਨ ਬਣਿਆ। ਆਰੀਆ ਦੇ ਰਾਜ ਸਮੇਂ 1600 ਈਸਵੀ ਪੂਰਵ ਵਿੱਚ ਭਾਰਤ ਦੀਆਂ ਝੁੱਗੀਆਂ ਝੋਪੜੀਆਂ ਵਿੱਚ ਨਿਵਾਸ ਕੀਤਾ। ਮਹਾਭਾਰਤ ਦੇ ਸਿਤਾਰੇ ਪਾਂਡਵਾਂ ਅਤੇ ਕੌਰਵਾਂ ਦੇ ਕਥਿਤ ਮਹਿਲ ਜਿਵੇਂ ਕਿ ਹਸਤਨਾਪੁਰ ਦੇ ਪ੍ਰਾਚੀਨ ਟਿੱਲੇ ਦੀ ਖੁਦਾਈ ਤੋਂ ਪਤਾ ਲੱਗਦਾ ਹੈ ਕਿ ਜਿੱਥੇ ਚਿੱਕੜ ਮਿੱਟੀ ਦੇ ਬਣੇ ਹੋਏ ਆਮ ਮਕਾਨ ਮਿਲੇ ਹਨ, ਜਿਨ੍ਹਾਂ ਦੀਆਂ ਛੱਤਾਂ ਘਾਹ ਫੂਸ ਨਾਲ ਬਣੀਆਂ ਹੋਈਆਂ ਸਨ, ਅਤੇ ਪ੍ਰਸਿੱਧ ਵਿਦਿਆ ਕੇਂਦਰ ਗੁਰੂਕੁਲ ਜਿੱਥੇ ਜ਼ਿਆਦਾਤਰ ਵੈਦਿਕ ਬ੍ਰਾਹਮਣੀ ਸਾਹਿਤ ਦੀ ਰਚਨਾ ਹੋਈ। ਸਿਰਫ ਝੋਪੜੀਆਂ ਦਾ ਇੱਕ ਝੁੰਡ ਹੁੰਦਾ ਸੀ। ਆਰੀਆ ਦੇ ਭੌਤਿਕ ਉੱਨਤੀ ਦੇ ਕਿਸੇ ਵੀ ਪ੍ਰਮਾਣ ਅਜੇ ਤੱਕ ਖੋਜੇ ਨਹੀਂ ਜਾ ਸਕਦੇ। ਇਸ ਲੇਖ ਵਿੱਚ ਭਾਰਤ ਦੇ ਮੂਲ ਨਿਵਾਸੀ ਨਾਗਵੰਸ਼ੀਆਂ ਦਰਾਵੜਾਂ ਦਾ ਵਿਸਥਾਰਪੂਰਵਕ ਜ਼ਿਕਰ ਹੈ, ਜੋ ਅੱਜ ਦੇ ਦਲਿਤਾਂ ਦੀ ਪ੍ਰਿਸਥ ਭੂਮੀ ਅਤੇ ਇਤਿਹਾਸਕਾ ਹੈ। ਇਹਨਾਂ ਦੀ ਮੂਲ ਨਿਵਾਸੀਆਂ ਨੇ ਆਪਣੀ ਹੋਂਦ ਲਈ ਨਿਰੰਤਰ ਸੰਘਰਸ਼ ਜਾਰੀ ਰੱਖਿਆ ਅਤੇ ਹੌਸਲਾ ਨਹੀਂ ਹਾਰਿਆ, ਪਰ ਸਮੇਂ ਦੇ ਚੱਕਰ ਨੇ ਧਾੜਵੀਆਂ ਨੂੰ ਰਾਜੇ ਬਣਾ ਦਿੱਤਾ ਅਤੇ ਰਾਜਿਆਂ ਨੂੰ ਉਹਨਾਂ ਧਾੜਵੀਆਂ ਦੇ ਸੇਵਕ। ਇਸੇ ਪ੍ਰਸੰਗ ਵਿੱਚ ਜੇਕਰ ਹੋਰ ਸੂਚਨਾ ਅਤੇ ਗਿਆਨ ਦੀ ਜ਼ਰੂਰਤ ਹੋਵੇ ਤਾਂ ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ਦੇ ਰਹਿਣ ਵਾਲੇ ਡਾਕਟਰ ਅਵੰਤਕਾ ਪ੍ਰਸਿੱਧ ਮਰਮਟ ਦਾ ਡੀ.ਲਿਟ ਦੀ ਉਪਾਧੀ ਲੈਣ ਲਈ ਲਿਖਿਆ ਖੋਜ ਪ੍ਰਬੰਧ ਵੈਦ ਕਲੀਨ ਨਾਗ ਜਾਤੀਆਂ ਅਤੇ ਉਸ ਦੀਆਂ ਦੂਸਰੀਆਂ ਰਚਨਾਵਾਂ ਨਾਗ ਸੰਸਕ੍ਰਿਤ ਕੋਸ਼ ਨਾਗਵੰਸ਼ ਸੋਧ ਆਲੇਖ ਦਾ ਅਧਿਐਨ ਕੀਤਾ ਜਾ ਸਕਦਾ ਹੈ। ਨਾਗਵੰਸ਼ੀਆਂ ਦੇ ਅੰਤਿਕ ਨਿਡਰ ਅਤੇ ਅਣਖ ਭਰਪੂਰ ਉਸ ਵਰਗ ਨੇ ਜਿਸ ਨੇ ਆਪਣੀ ਬਹਾਦਰੀ ਦਾ ਨਾਗਵੰਸ਼ੀਆਂ ਦੇ ਅੰਤਕ ਨਿਡਰ ਅਤੇ ਅਣਖ ਭਰਪੂਰ ਉਸ ਵਰਗ ਨੇ ਜਿਸ ਨੇ ਆਪਣੀ ਬਹਾਦਰੀ ਸਦਕਾ ਆਪਣੀ ਹੋਂਦ ਕਾਇਮ ਰੱਖੀ ਅਤੇ ਹਰ ਹਾਲਾਤ ਵਿੱਚ ਆਰੀਆ ਦੇ ਜ਼ੁਲਮੋ ਸਿਤਮ ਦਾ ਸਹਿਣਾ ਕੀਤਾ। ਉਹ ਵਰਗ ਗੁਰੂ ਸਾਹਿਬਾਨ ਵੇਲੇ ਸਿੱਖ ਧਰਮ ਦੀ ਬੁਨਿਆਦ ਨੂੰ ਪੱਕਾ, ਮਜ਼ਬੂਤ ਅਤੇ ਸਮੁੱਚੇ ਸੰਸਾਰ ਵਿੱਚ ਫੈਲਾਉਣ ਦੇ ਆਦਰਸ਼ ਰੱਖਣ ਵਾਲੇ ਇਹ ਸਿਰਲੱਥ ਵਰਗ ਸਿੱਖ ਧਰਮ ਦੇ ਫੈਲਾਓ ਦੇ ਸਫ਼ਰ ਵਿੱਚ ਹਰ ਹਾਲਾਤ ਵਿੱਚ ਸਾਥ ਦਿੱਤਾ, ਜਿਸ ਦੇ ਫਲਸਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਵਫਾਦਾਰ ਯੋਧਿਆਂ ਅਤੇ ਅਣਖੀਲੇ ਜਰਨੈਲਾਂ ਦੀ ਵਫਾਦਾਰੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਰਗ ਨੂੰ ਗੁਰੂ ਕੇ ਬੇਟੇ ਕਿਹਾ ਅਤੇ ਬਾਅਦ ਵਿੱਚ ਜਿਨ੍ਹਾਂ ਨੂੰ ਰੰਗਰੇਟਿਆਂ ਦੇ ਨਾਮ ਨਾਲ ਜਾਣਿਆ। ਇਸ ਵਡਿਆਈ ਦਾ ਸਿਹਰਾ ਪਰਮ ਪੂਜ ਬਾਬਾ ਜੀਵਨ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਸਿੱਖ ਧਰਮ ਲਈ ਕੁਰਬਾਨੀ ਸਦਕਾ ਉਹਨਾਂ ਦੇ ਸਿਰ ਵੱਜਦਾ ਹੈ। ਅੰਗਰੇਟੇ ਅਥਵਾ ਮਜ਼੍ਹਬੀ ਸਿੱਖ ਖਾਨਦਾਨ ਜਿਸ ਵਿੱਚ ਬਾਬਾ ਜੀਵਨ ਸਿੰਘ ਜੀ ਨੇ ਪ੍ਰਭੁਤਾ ਪ੍ਰਾਪਤ ਕੀਤੀ। ਪੰਜਾਬ ਜਾਂ ਪੰਜ ਦਰਿਆਵਾਂ ਦੀ ਇਸ ਪਾਕ ਪਵਿੱਤਰ ਧਰਤ ਦੇ ਆਦੀਵਾਸੀ ਇਸ ਕਰਕੇ ਮੰਨੇ ਜਾਂਦੇ ਹਨ ਕਿ ਇਹ ਹਜ਼ਰਤ ਈਸਾ ਤੋਂ 3000 ਵਰ੍ਹੇ ਪਹਿਲਾਂ ਪਾਕਿਸਤਾਨ ਦੀ ਸਿੰਧਵਾਦੀ ਵਿੱਚ ਮਹਿੰਜਦਾਰੋ ਅਤੇ ਪੰਜਾਬ ਵਿੱਚ ਹੜੱਪਾ ਤੇ ਟੈਕਸਲਾ ਵਿੱਚ ਆਰੀਆ ਦੇ ਹਮਲੇ ਕਰਨ ਤੋਂ ਪਹਿਲਾਂ ਇਹ ਨਾਗਵੰਸ਼ੀ ਦਰਾਵੜ ਜਾਤੀ ਦੇ ਬਹਾਦਰ ਲੋਕ ਵਸਦੇ ਸਨ। ਰੰਗਰੇਟਾ ਖਾਨਦਾਨ ਆਦਿ ਕਾਲ ਵਿੱਚ ਉੱਤਰੀ ਭਾਰਤ ਦੇ ਨਾਗਵੰਸ਼ੀ ਦਰਾਵੜ ਕੌਮ ਨਾਲ ਖੂਨ ਦਾ ਰਿਸ਼ਤਾ ਰੱਖਦਾ ਹੈ। ਨਾਗਵੰਸ਼ੀ ਦਰਾਵੜ ਕੌਮ ਦੇ ਸੈਨਿਕ ਚੁੜਾਮਣੀ ਰੰਗਰੇਟਾ ਖਾਨਦਾਨ ਦੇ ਪੂਰਵਜ ਸਨ ਅਤੇ ਆਸਕਾਰਾਂ ਨੇ ਇਹ ਵੀ ਮੰਨਿਆ ਹੈ ਕਿ ਇਹੋ ਜਾਤ ਸ਼ਸਤਰਧਾਰੀ ਹੋਣ ਕਰਕੇ ਇਸ ਦੇਸ਼ ਦੀ ਰੱਖਿਆ ਕਰਦੀ ਰਹੀ ਸੀ। ਤੀਰ ਕਮਾਨ ਜਿਸ ਨੂੰ ਧਨੁਸ਼ ਵੀ ਕਹਿੰਦੇ ਹਨ, ਇਹਨਾਂ ਦਾ ਦੂਰਮਾਰ ਕਰਨ ਵਾਲਾ ਪ੍ਰਸਿੱਧ ਹਥਿਆਰ ਸੀ। ਇਹਨਾਂ ਨੂੰ ਧਨੁਸ਼ ਧਾਰੀ ਸਿਪਾਹੀ ਵੀ ਕਿਹਾ ਜਾਂਦਾ ਸੀ ਅਤੇ ਇਹਨਾਂ ਦੇ ਸੈਨਿਕ ਸਰਦਾਰ ਨੂੰ ਚੁੜਾਮਣੀ ਕਿਹਾ ਜਾਂਦਾ ਸੀ। ਇਹਨਾਂ ਨਾਗਵੰਸ਼ੀ ਦਰਾਵੜ ਲੋਕਾਂ ਦੀ ਨਰੋਈ ਸੱਭਿਅਤਾ ਸੀ ਅਤੇ ਹਰ ਪ੍ਰਕਾਰ ਦੇ ਇਲਮੀ ਹੁਨਰਾਂ ਵਿੱਚ ਮਾਹਿਰ ਸਨ। ਸ਼ਸਤਰ ਅਸਤਰ ਤੇ ਸ਼ਾਸਤਰ ਵਿਦਿਆ ਵਿੱਚ ਨਿਪੁੰਨ ਸਨ। ਪਰ ਇਹਨਾਂ ਦੇ ਮੁਕਾਬਲੇ ਆਰੀਆ ਲੋਕ ਜੋ ਮੱਧ ਏਸ਼ੀਆ ਵਿੱਚੋਂ ਮਜਬੂਰੀਆਂ ਦੇ ਕਾਰਨ ਇੱਥੇ ਅਜਨਬੀ ਜਾਂ ਵਿਦੇਸ਼ੀ ਟੱਪਰਵਾਸਾਂ ਦੀ ਸ਼ਕਲ ਵਿੱਚ ਹਿੰਦੁਸਤਾਨ ਵਿੱਚ ਆਏ। ਇਹ ਆਰੀਆ ਲੋਕ ਭੇਡਾਂ, ਬੱਕਰੀਆਂ, ਗਊਆਂ, ਮੱਝਾਂ ਚਾਰ ਕੇ ਜੰਗਲੀਆਂ ਦੀ ਤਰ੍ਹਾਂ ਆਪਣਾ ਸਿੱਧਾ ਸਾਦਾ ਜੀਵਨ ਗੁਜ਼ਾਰਦੇ ਸਨ। ਇਹ ਲੋਕ ਸਰੀਰ ਢਕਣ ਲਈ ਕੱਪੜਿਆਂ ਦੀ ਥਾਂ ਦਰਖਤਾਂ ਦੇ ਪੱਤੇ ਤੇ ਛਿੱਲ ਅਤੇ ਪਸ਼ੂਆਂ ਦੀਆਂ ਖੱਲਾਂ ਆਦਿ ਪਹਿਨਦੇ ਸਨ। ਇਹ ਕੱਖਾਂ ਕਾਨਿਆਂ ਦੀਆਂ ਝੋਪੜੀਆਂ ਬਣਾ ਕੇ ਰਹਿੰਦੇ ਸਨ। ਜਾਨਵਰਾਂ ਦਾ ਮਾਸ ਖਾਂਦੇ ਸਨ। ਰਾਤ ਕਿਤੇ ਤੇ ਦਿਨ ਕਿਤੇ ਇਹ ਜੰਗਲਾਂ ਵਿੱਚ ਘੁੰਮਦੇ ਰਹਿੰਦੇ ਸਨ। ਪਰ ਇਹਨਾਂ ਦੇ ਮੁਕਾਬਲੇ ਦਰਾਵੜ ਲੋਕਾਂ ਦੀ ਸੱਭਿਅਤਾ ਵਿਕਸਿਤ ਸੀ ਅਤੇ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਸਨ। ਜਦੋਂ ਆਰੀਆ ਨੇ ਹਮਲਾ ਕੀਤਾ ਤਾਂ ਇਹ ਦਰਾਵੜ ਜਾਤੀ ਦੇ ਲੋਕ ਦੌੜ ਕੇ ਦੱਖਣ ਵੱਲ ਚਲੇ ਗਏ। ਪਰ ਇਹਨਾਂ ਦੇ ਸੈਨਿਕ ਚੁੜਾਮਣੀ ਦੇਸ਼ ਪੰਜਾਬ ਛੱਡ ਕੇ ਨਹੀਂ, ਸਗੋਂ ਇੱਥੇ ਹੀ ਲੜਦੇ ਭਿੜਦੇ ਹੋਏ ਸੂਬਾ ਸਰਹੱਦ ਤੋਂ ਲੈ ਕੇ ਦਰਿਆ ਗੰਗਾ ਜਮਨਾ ਦੀਆਂ ਸਰਬੱਤ ਘਾਟੀਆਂ ਤੱਕ ਰਹਿੰਦੇ ਹੋਏ ਸਮਾਂ ਗੁਜ਼ਾਰਦੇ ਰਹੇ। ਦਾ ਭਾਵ ਪੂਰਤ ਵਿਸਥਾਰ ਡਾਕਟਰ ਪੰਡਤ ਰਾਹੁਲ ਸ਼ੰਕਰ ਤਾਇਨ ਦੀ ਪ੍ਰਸਿੱਧ ਰਚਨਾ ਵੋਲਗਾ ਸੇ ਗੰਗਾ ਤੱਕ ਅਤੇ ਪੰਡਤ ਜਵਾਹਰ ਲਾਲ ਨਹਿਰੂ ਦੀ ਮਹਾਨ ਰਚਨਾ ਭਾਰਤ ਦੀ ਖੋਜ ਵਿੱਚ ਅਤੇ ਕੈਂਬਰਿਜ ਹਿਸਟਰੀ ਆਫ ਇੰਡੀਆ ਭਾਗ ਪਹਿਲਾ, ਜਿਸ ਦਾ ਸੰਬੰਧ ਪ੍ਰਾਚੀਨ ਭਾਰਤ ਦੇ ਇਤਿਹਾਸ ਨਾਲ ਹੈ।
ਡਾਕਟਰ ਨਵਲ ਵਿਯੋਗੀ ਦੀ ਮਹਾਨ ਰਚਨਾ ਸਿੰਧੂ ਘਾਟੀ ਦੀ ਸੱਭਿਅਤਾ ਵਿੱਚ ਮਿਲਦਾ ਹੈ। ਇਸ ਤੋਂ ਇਲਾਵਾ ਆਤਮਾ ਰਾਮ ਐਂਡ ਸਨਜ ਕਸ਼ਮੀਰੀ ਗੇਟ ਦਿੱਲੀ ਵੱਲੋਂ ਪ੍ਰਕਾਸ਼ਿਤ ਡਾਕਟਰ VP ਸਿੰਘ ਦੀ ਮਹਾਨ ਇਤਿਹਾਸਕ ਰਚਨਾ ਸ਼੍ਰੀ VAK ਆਇਰ ਦੀ ਹਿੰਦੀ ਸ਼ਾਸਤਰ ਅਤੇ ਸ਼ੰਕਰ ਅਤੇ ਡਾਕਟਰ BN ਪੁਰੀ ਦੀ ਮਹਾਨ ਰਚਨਾ ਵਿੱਚ ਆਰੀਆ ਅਤੇ ਨਾਰੀਆ ਦੀ ਸਹਿਹੋਂਦੀ ਸੰਘਰਸ਼ ਬਾਰੇ ਚੋਖਾ ਵਿਸਥਾਰ ਮਿਲਦਾ ਹੈ। ਜਦੋਂ ਆਰੀਆ ਲੋਕਾਂ ਦਾ ਪਹਿਲਾ ਜਥਾ ਦਰਾ ਖੈਬਰ ਰਾਹੀਂ ਭਾਰਤ ਵਿੱਚ ਦਾਖਲ ਹੋਇਆ ਤਾਂ ਉਹਨਾਂ ਦੀਆਂ ਨਜ਼ਰਾਂ ਧਰਤੀ ਦੇ ਸਰਸ ਬਦਨ ਨੂੰ ਵੇਖ ਕੇ ਲਲਚਾ ਉੱਠੀਆਂ ਤੇ ਉਹਨਾਂ ਦੀ ਅਜਿਹੀ ਸੁੰਦਰ ਧਰਤੀ ਤੇ ਨਿਵਾਸ ਕਰਨ ਦੀ ਮੰਗ ਜਾਗੀ। ਇਸ ਮੰਗ ਦੀ ਪੂਰਤੀ ਵਿੱਚ ਉਹਨਾਂ ਅੰਦਰ ਇਸ ਧਰਤੀ ਤੇ ਕਬਜ਼ਾ ਕਰਨ ਦੀ ਬਦਨੀਤੀ ਹੋਈ। ਉਹਨਾਂ ਨੇ ਆਪਣੇ ਸਧਾਰਨ ਜੀਵਨ ਵਿੱਚ ਪਰਿਵਰਤਨ ਲਿਆਂਦਾ ਅਤੇ ਆਪਣੇ ਆਪ ਨੂੰ ਬਲਵਾਨ ਕੀਤਾ। ਮੂਲ ਨਿਵਾਸੀਆਂ ਦਰਾਵੜ ਨਾਗਵੰਸ਼ੀਆਂ ਨਾਲ ਮਿੱਤਰਤਾ ਕਾਇਮ ਕਰਨ ਦੇ ਮਨਸੂਬੇ ਬਣਾਏ। ਜਦੋਂ ਆਰੀਆ ਤੇ ਹੋਰ ਜਥਿਆਂ ਦੀ ਗਿਣਤੀ ਇਸ ਪਾਵਨ ਧਰਤੀ ਉੱਪਰ ਵੱਧਦੀ ਗਈ, ਆਰੀਆ ਦੀ ਨੀਤ ਲਾਲਚੀ ਹੁੰਦੀ ਗਈ ਅਤੇ ਉਹਨਾਂ ਨੇ ਇਸ ਧਰਤੀ ਤੇ ਕਾਬਜ ਹੋਣ ਲਈ ਵਿਉਂਤਬੰਦੀ ਕੀਤੀ। ਮੌਕਾ ਪੈਣ ਤੇ ਕਮਜ਼ੋਰ ਆਦੀਵਾਸੀਆਂ ਨੂੰ ਲੁੱਟ ਖੋਹ ਲੈਂਦੇ ਸਨ ਅਤੇ ਪਰਿਵਾਰ ਨੂੰ ਮਾਰ ਦਿੰਦੇ ਸਨ। ਇਹ ਰੁਝਾਨ ਤਰੱਕੀ ਅਤੇ ਕੌੜਾ ਰੂਪ ਧਾਰਨ ਕਰਦਾ ਗਿਆ। ਇਹਨਾਂ ਜ਼ੁਲਮਾਂ ਤੋਂ ਤੰਗ ਹੋ ਕੇ ਮੂਲ ਨਿਵਾਸੀਆਂ ਨੇ ਉਹਨਾਂ ਵਿਰੁੱਧ ਝੰਡੇ ਚੁੱਕ ਕੇ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਲੜਾਈਆਂ ਲੜੀਆਂ। ਕਿਤੇ ਜਿੱਤ ਪ੍ਰਾਪਤ ਕੀਤੀ ਅਤੇ ਕਿਤੇ ਹਾਰ ਖਾਧੀ। ਭਾਰਤ ਇੱਕ ਸੋਨੇ ਦੀ ਚਿੜੀ ਅਰਥਾਤ ਅਮੀਰ ਦੇਸ਼ ਹੋਣ ਦੀ ਸਥਿਤੀ ਵਿੱਚ ਹੋਣ ਕਰਕੇ ਵਿਦੇਸ਼ੀਆਂ ਦੀਆਂ ਲਾਲਚੀ ਨਜ਼ਰਾਂ ਪੈਣੀਆਂ ਸ਼ੁਰੂ ਹੋ ਗਈਆਂ। ਨਾਗਵੰਸ਼ੀ ਜੋ ਇੱਕ ਸੱਭਿਆ ਰਾਸ਼ਟਰ ਸੀ, ਅਮਨ ਪਸੰਦ ਸੀ, ਮਾਨਵਵਾਦੀ ਵਿਚਾਰਧਾਰਾ ਦਾ ਮਾਲਕ ਸੀ ਅਤੇ ਪਰਮਪਿਤਾ ਪਰਮਾਤਮਾ ਦੀ ਹੋਂਦ ਨੂੰ ਮੰਨਣ ਵਾਲਾ ਸੀ, ਜ਼ੁਲਮ ਦੇ ਵਿਰੁੱਧ ਸੀ ਅਤੇ ਪਾਪਾਂ ਤੋਂ ਮੁਕਤ ਸੀ। ਇਹਨਾਂ ਸਾਰੇ ਗੁਣਾਂ ਦਾ ਆਰੀਆ ਨਸਲ ਨੇ ਪੂਰਾ ਫਾਇਦਾ ਉਠਾਇਆ। ਹਰ ਲਿਹਾਜ਼ ਨਾਲ ਆਪਣੀ ਪੂਰੀ ਤਾਕਤ ਲਾ ਕੇ ਮੂਲ ਨਿਵਾਸੀਆਂ ਦੇ ਘਰਾਂ ਉੱਪਰ ਹਮਲੇ ਕੀਤੇ। ਸਿੱਧੇ ਮੁੱਠ ਭੇੜ ਹੋਏ। ਇਹਨਾਂ ਲੜਾਈਆਂ ਨੇ ਉੱਤਰੀ ਭਾਰਤ ਵਿੱਚ ਕਾਫੀ ਗੜਬੜ ਪੈਦਾ ਕਰ ਦਿੱਤੀ। ਕਿਹਾ ਜਾਂਦਾ ਹੈ ਕਿ ਕਈ ਸਦੀਆਂ ਆਰੀਆ ਅਤੇ ਨਾਗਵੰਸ਼ੀਆਂ ਵਿਚਕਾਰ ਲੜਾਈਆਂ ਹੁੰਦੀਆਂ ਰਹੀਆਂ। ਅਧਿਆਪਕ ਰੈਪਸਨ ਦੇ ਕਥਨ ਅਨੁਸਾਰ ਜਦੋਂ ਆਰੀਆ ਲੋਕ ਮੱਧ ਏਸ਼ੀਆ ਤੋਂ ਇੱਥੇ ਸਪਤ ਸਿੰਧੂ ਦੇਸ਼ ਵਿੱਚ ਹਮਲਾ ਕਰਨ ਆਏ ਤਾਂ ਉਹਨਾਂ ਦੀਆਂ ਦਰਾਵੜ ਯੋਧਿਆਂ ਨਾਲ ਟੱਕਰ ਹੋਈ। ਤਾਂ ਇੱਥੇ ਜਾਤੀ ਵਰਨ ਕੇਵਲ ਦੋ ਹੀ ਮੰਨੇ ਗਏ, ਆਰੀਆ ਅਜਨਬੀ ਅਤੇ ਅਨਾਰੀਆ। ਇੱਥੋਂ ਦੇ ਆਦੀਵਾਸੀ ਦਰਾਵੜ ਨਾਗਵੰਸ਼ੀ ਅਥਵਾ ਅਸੁਰ। ਭਾਰਤੀ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਦਰਾਵੜਾਂ ਨੂੰ ਦੈਤ ਦਾਨਵ ਜਾਂ ਰਾਕਸ਼ਸ ਅਤੇ ਆਰੀਆ ਨੂੰ ਸੁਰ ਜਾਂ ਦੇਵਤੇ ਕਿਹਾ ਗਿਆ। ਵੈਦਿਕ ਕਾਲ ਦੇ ਪ੍ਰਮਾਣਿਕ ਕਾਲ ਵਿੱਚ ਦੇਵ ਦਾਨਵੀ ਜੰਗਾਂ ਵਿੱਚ ਜਦ ਉਹ ਲੋਕ ਆਰੀਆ ਦੇ ਮੁਕਾਬਲੇ ਤੇ ਹਾਰ ਕੇ ਹੋਰ ਵੀ ਘਟ ਗਏ ਅਤੇ ਪੂਰੀ ਤਰ੍ਹਾਂ ਆਰੀਆ ਦੇ ਅਧੀਨ ਹੋ ਗਏ। ਆਰੀਆ ਦੀ ਮਨ ਮੰਨੀ ਵਰਨਾ ਵਿਵਸਥਾ ਕਾਇਮ ਹੋ ਗਈ ਅਤੇ ਮਨੂ ਦੇ ਸਮੇਂ 4 ਵਰਨ ਬ੍ਰਾਹਮਣ ਛਤਰੀ ਵੈਸ਼ ਸ਼ੂਦਰ ਕਾਇਮ ਹੋ ਗਏ। ਇਹਨਾਂ ਨੂੰ ਸਭ ਤੋਂ ਨੀਵੀਂ ਸ਼ੂਦਰ ਜਾਤੀ ਵਿੱਚ ਰੱਖਿਆ ਗਿਆ। ਇਸ ਲਈ ਦਰਾਵੜਾਂ ਤੇ ਚੁੜਾਮਣੀ ਸੈਨਿਕਾਂ ਨੂੰ ਧਾਨਕ ਅਥਵਾ ਧਨੁਸ਼ਧਾਰੀ ਚੰਡਾਲ ਕਰਾਰ ਦਿੱਤਾ ਗਿਆ। ਫਿਰ ਇਹਨਾਂ ਦੇ ਆਪਸੀ ਮੇਲ ਜੋਲ ਅਥਵਾ ਵਰਨ ਸ਼ੰਕਰ ਵਿਆਹ ਸੰਬੰਧਾਂ ਦੇ ਕਾਰਨ ਇਹਨਾਂ ਹੀ 4 ਵਰਨਾਂ ਦੀ ਥਾਵੇਂ ਅਨੁਲੋਮ ਅਤੇ ਪ੍ਰਤੀਲੋਮ ਜਾਤ ਸਨਾਤਾਂ ਦਾ ਵਿਕਾਸ ਲੰਮੇ ਸਮੇਂ ਤੱਕ ਹੁੰਦਾ ਰਿਹਾ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਫਿਰ ਕਈ ਵਾਰ ਚਾਣਚੱਕ ਆਈਆਂ ਤਬਦੀਲੀਆਂ ਦੇ ਕਾਰਨ ਬ੍ਰਾਹਮਣਾਂ ਜਾਂ ਛਤਰੀ ਔਰਤਾਂ ਵੈਸ਼ਾਂ ਅਤੇ ਸ਼ੂਦਰਾਂ ਦੇ ਘਰ ਕਿਸੇ ਨਾ ਕਿਸੇ ਮਜਬੂਰੀ ਕਾਰਨ ਚਲੀਆਂ ਗਈਆਂ। ਏਕਣ ਉੱਚੇ ਨੀਵੇਂ ਪੁਰਸ਼ਾਂ ਤੇ ਇਸਤਰੀਆਂ ਦੇ ਆਪਣੇ ਪ੍ਰੇਮ ਸੰਬੰਧ ਜਾਂ ਸੰਜੋਗ ਦੇ ਕਾਰਨ ਜੋ ਸੰਤਾਨਾਂ ਪੈਦਾ ਹੋਈਆਂ ਉਹ ਸ਼ੁੱਧ ਬ੍ਰਾਹਮਣ ਛਤਰੀ ਵੈਸ਼ ਅਤੇ ਸ਼ੂਦਰ ਨਾ ਰਹੀਆਂ। ਇਸ ਤਰ੍ਹਾਂ ਉੱਚੀ ਕੁੱਲ ਦੇ ਪੁਰਸ਼ ਤੋਂ ਨੀਵੀਂ ਕੁੱਲ ਦੀ ਇਸਤਰੀ ਦੇ ਪੇਟੋਂ ਜੋ ਸੰਤਾਨ ਜਨਮੀ ਉਹ ਅਨੁਲੋਮਜ, ਜੋ ਨੀਵੀਂ ਕੁੱਲ ਦੇ ਪੁਰਸ਼ ਤੋਂ ਉੱਚੀ ਕੁੱਲ ਦੀ ਇਸਤਰੀ ਦੇ ਪੇਟੋਂ ਸੰਤਾਨ ਪੈਦਾ ਹੋਈ ਉਸ ਦੀ ਪ੍ਰਤੀਲੋਮਜ ਜਾਤ ਮੰਨੀ ਗਈ। ਪਰ ਰੰਗਰੇਟੇ ਖਾਨਦਾਨ ਦੇ ਪੂਰਵਜ ਸੈਨਿਕ ਚੁੜਾਮਣੀ ਜੋ ਦੈਤ ਅਥਵਾ ਦਾਨਵ ਤਾਂ ਮੰਨੇ ਗਏ, ਪਰ ਇਸ ਅਨੁਲੋਮ ਅਤੇ ਪ੍ਰਤੀਲੋਮ ਕਿਸੇ ਵੀ ਜਾਤੀ ਵੰਡ ਵਿੱਚ ਨਾ ਆ ਸਕੇ। दसम ग्रंथ कल्कि अवतार के कथन अनुसार शंकर वर्ण प्रजा सब हुई, एक ज्ञात को रहा न कोई, अत विचार फसी बर नारी, धर्म रीत की प्रीत बसारी, क्षत्रिय ब्राह्मण रहा न कोई, शंकर वर्ण प्रजा सब हुई, शूद्र धाम बस है ब्रह्मणी, बईस नार हुई है क्षत्रनी, बस है क्षत्र धाम बैसानी, ब्राह्मण ग्रह इस्त्री शुद्रानी। चुड़ामणी ਜਾਂ ਧਾਨਕ ਲੋਕ ਵੈਦਿਕ ਕਾਲ ਤੋਂ ਪ੍ਰਮਾਣਿਕ ਕਾਲ ਲੰਘਣ ਤੋਂ ਬਾਅਦ ਰਾਜਪੂਤੀ ਕਾਲ ਵਿੱਚ ਜਿਵੇਂ ਪੱਛਮੀ ਪੰਜਾਬ ਵਿੱਚ ਰਹਿੰਦੇ ਹੋਏ ਗੱਖੜਾਂ ਅਤੇ ਖੋਖਰ ਦੀ ਸ਼ਕਲ ਵਿੱਚ ਰਾਜਪੂਤ ਬਣ ਕੇ ਪਲਟ ਗਏ। ਇਹ ਇਸ ਪ੍ਰਗਤੀਸ਼ੀਲ ਜਾਤੀ ਬਾਰੇ ਕੋਈ ਅਨੋਖੀ ਘਟਨਾ ਨਹੀਂ ਹੈ। ਮਹਾਭਾਰਤ ਦੇ ਕਰਨ ਪਰਵ ਅਧਿਆਏ 43-44 ਦੇ ਕਥਨ ਅਨੁਸਾਰ ਵਾਹਿਕ ਦੇਸ਼ ਅਥਵਾ ਪੰਜਾਬ ਦੇ ਲੋਕ ਆਪੋ ਆਪਣੇ ਜਾਤੀ ਸੁਭਾਅ ਜਾਂ ਗੁਣ ਕਰਮ ਅਨੁਸਾਰ ਹਮੇਸ਼ਾ ਇੱਕ ਜਾਤ ਤੋਂ ਦੂਜੀ ਵਿੱਚ ਬਦਲਦੇ ਹੀ ਰਹੇ। ਜੋ ਪਹਿਲਾਂ ਬ੍ਰਾਹਮਣ ਹੁੰਦੇ ਸਨ ਫਿਰ ਉਹ ਛਤਰੀ ਬਣ ਜਾਂਦੇ ਸਨ, ਫਿਰ ਪਿੱਛੋਂ ਉਹ ਛਤਰੀ ਆਪੋ ਆਪਣੀ ਕਾਰਕਰਦਗੀ ਦੇ ਮੁਤਾਬਕ ਵੈਸ਼ ਤੇ ਸ਼ੂਦਰ ਵਰਨਾਂ ਦਾ ਰੂਪ ਹੀ ਧਾਰਨ ਕਰ ਲੈਂਦੇ ਸਨ। ਜੋ ਵਿਅਕਤੀ ਪਹਿਲਾਂ ਨਾਈ ਹੁੰਦਾ ਸੀ ਉਸ ਦਾ ਬ੍ਰਾਹਮਣ ਬਣ ਜਾਣਾ ਇੱਕ ਸੁਭਾਵਕ ਗੱਲ ਸੀ, ਫਿਰ ਉਸੇ ਬ੍ਰਾਹਮਣ ਦੀ ਦਾਸ ਸ਼ੂਦਰ ਸੰਗਿਆ ਵੀ ਹੋ ਜਾਂਦੀ ਸੀ। ਇਸੇ ਕਾਰਨ ਮਹਾਭਾਰਤ ਕਾਲ ਵਹੀਕ ਦੇਸ਼ ਪੰਜਾਬ ਦੇ ਮੁਕਾਬਲੇ ਤੇ ਕਰ ਪੰਚਾਲ ਸਾਲਵ ਮਤੂਸਿਆ ਨੋਮਿਕ ਕੌਸ਼ਲ ਕਾਸੀ ਕੱਗ ਬੰਗ ਕਲਿੰਗ ਚੇਦ ਆਦਿ ਦੇਸ਼ਾਂ ਦੇ ਲੋਕਾਂ ਨੂੰ ਇਸ ਜਾਤੀ ਪਰਿਵਰਤਨ ਤੋਂ ਰਹਿਤ ਹੋਣ ਕਰਕੇ ਵਾਹਿਕ ਦੇਸ਼ ਪੰਜਾਬ ਦੇ ਮੁਕਾਬਲੇ ਤੇ ਵਡਭਾਗੀ ਤੇ ਧਰਮੀ ਮੰਨਿਆ ਹੈ। ਇਸ ਲਈ ਉਹਨਾਂ ਵਿੱਚੋਂ ਹੀ ਜੇ ਧਾਨਕ ਵੀ ਗੱਖੜ ਜਾਂ ਖੋਖਰ ਜਾਤੀ ਦੀ ਸ਼ਕਲ ਵਿੱਚ ਰਾਜਪੂਤ ਬਣ ਕੇ ਤਬਦੀਲ ਹੋ ਗਏ ਤਾਂ ਇਹ ਕੋਈ ਅਣਇਤਿਹਾਸਕ ਜਾਂ ਗੈਰ ਕੁਦਰਤੀ ਗੱਲ ਨਹੀਂ ਹੈ। ਅਜਿਹੇ ਜਾਤੀ ਪਰਿਵਰਤਨ ਹੁੰਦੇ ਆਮ ਵੇਖਣ ਵਿੱਚ ਨਜ਼ਰ ਆਉਂਦੇ ਹਨ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਰੋਕਣਾ ਸੰਭਵ ਨਹੀਂ, ਕਿਉਂਕਿ ਇਹ ਸਮਾਜਿਕ ਪਰਿਵਰਤਨ ਇੱਕ ਸਵੈ ਪ੍ਰਕਿਰਿਆ ਹੈ। ਵੈਦਿਕ ਕਾਲ ਤੇ ਪ੍ਰਮਾਣਿਕ ਕਾਲ ਸਮਾਪਤ ਹੋਣ ਤੇ ਜਦ ਮਹਾਭਾਰਤ ਕਾਲ ਤੋਂ ਪਿੱਛੋਂ ਜਦੋਂ ਰਾਜਪੂਤਾਂ ਦਾ ਸਮਾਂ ਆਇਆ ਤਾਂ ਜਿਵੇਂ ਅਨੇਕਾਂ ਜਾਤੀ ਇਨਕਲਾਬ ਆਉਣ ਤੇ ਛਤਰੀਆਂ ਵੀ ਰਾਜਪੂਤ ਬਣੇ, ਤਿਵੇਂ ਇਸ ਖਾਨਦਾਨ ਦੀ ਕਿਸਮ ਤੇ ਪਲਟਾ ਖਾਧਾ। ਇਹੋ ਧਾਨਕ ਯੋਧੇ ਖੋਖਰ ਨਾਂ ਨਾਲ ਮਸ਼ਹੂਰ ਹੋਏ
ਤੇ ਇਹਨਾਂ ਨੇ ਪੰਜਾਬ ਉੱਪਰ ਬਹੁਤ ਚਿਰ ਰਾਜ ਕੀਤਾ। ਰੰਗੜ ਜਾਂ ਰੰਗਰੇਟੇ ਉਹਨਾਂ ਹੀ ਰਾਜਪੂਤਾਂ ਦੇ ਬੇਟੇ ਹੋਣ ਕਰਕੇ ਇਸ ਅੱਲ ਨਾਲ ਮਸ਼ਹੂਰ ਹੋ ਗਏ। ਇਸ ਦੀ ਸਾਖੀ ਵਿੱਚ ਸ਼ਮਸ਼ੇਰ ਸਿੰਘ ਸ਼ੋਕ ਆਪਣੀ ਪੁਸਤਕ ਮਜ਼੍ਹਬੀ ਸਿੱਖਾਂ ਦੇ ਇਤਿਹਾਸ ਵਿੱਚ ਵੀ ਭਰਦੇ ਹਨ। ਸਰਵੇ ਆਫ ਕਾਸਟਸ ਐਂਡ ਟ੍ਰਾਈਬਜ਼ ਇਨ ਇੰਡੀਆ ਦੇ ਕਥਨ ਅਨੁਸਾਰ ਖੋਖਰ 3 ਸ਼੍ਰੇਣੀਆਂ ਵਿੱਚ ਵੰਡੇ ਹੋਏ ਹਨ: ਰਾਜਪੂਤ, ਜੱਟ ਤੇ ਮਜ਼੍ਹਬੀ। ਇਸ ਮਸਨੂਈ ਜਾਤੀ ਵੰਡ ਤੋਂ ਜੇ ਰਤਾ ਉੱਚੇ ਹੋ ਕੇ ਦੇਖਿਆ ਜਾਵੇ ਤਾਂ ਸਮੁੱਚੀ ਖੋਖਰ ਜਾਤੀ ਇੱਕ ਸੂਰਬੀਰ ਜਾਤੀ ਹੋਣ ਕਰਕੇ ਕਿਸੇ ਹਾਲਤ ਵਿੱਚ ਵੀ ਪੁਰਾਤਨ ਧਾਨਕ ਜਾਤੀ ਤੋਂ ਅਲੱਗ ਨਹੀਂ ਮੰਨੀ ਜਾ ਸਕਦੀ। ਸਰਦਾਰ ਕਰਮ ਸਿੰਘ ਹਿਸਟੋਰੀਅਨ ਦੇ ਕਥਨ ਅਨੁਸਾਰ, ਜਿਵੇਂ ਕਿ ਉਸਨੇ ਰਸਾਲਾ ਫੁਲਵਾੜੀ 1928 ਦੇ ਅੰਕ ਵਿੱਚ ਲਿਖਿਆ ਸੀ ਕਿ ਮਜ਼੍ਹਬੀ ਸਿੱਖਾਂ ਦੇ ਵਡੇਰੇ ਤੇ ਜੱਟ ਮੱਧ ਏਸ਼ੀਆ ਤੋਂ ਇੱਥੇ ਆਏ ਸਨ। ਇਸੇ ਲਈ ਆਰੀਆ ਦੇ 4 ਵਰਨਾਂ ਬ੍ਰਾਹਮਣ, ਛਤਰੀ, ਵੈਸ਼ ਤੇ ਸ਼ੂਦਰ ਨਾਲ ਇਹਨਾਂ ਦੇ ਕੋਈ ਸੰਬੰਧ ਨਹੀਂ ਸਨ। ਸਭ ਤੋਂ ਪਹਿਲਾਂ ਰਾਜਪੂਤਾਂ ਇਹਨਾਂ ਨੂੰ ਅਪਣਾਉਣ ਅਤੇ ਆਪਣੇ ਵਿੱਚ ਜਜ਼ਬ ਕਰਨ ਲੱਗੇ, ਪਰ ਉਹ ਖੁਦ ਹੀ ਰਿਸ਼ਤੇ ਨਾਤੇ ਜੋੜ ਕੇ ਇਹਨਾਂ ਵਿੱਚ ਜਜ਼ਬ ਹੋਣ ਲੱਗ ਪਏ, ਜਿਸ ਕਰਕੇ ਮਜ਼੍ਹਬੀ ਸਿੱਖ ਤੇ ਜੱਟਾਂ ਦੇ ਬਹੁਤ ਸਾਰੇ ਗੋਤ ਰਾਜਪੂਤਾਂ ਨਾਲ ਮਿਲਦੇ ਜੁਲਦੇ ਹਨ। ਇਸ ਕਰਕੇ ਮਜ਼੍ਹਬੀ ਸਿੱਖ ਤੇ ਜੱਟ ਦੋਵੇਂ ਬ੍ਰਾਹਮਣਾਂ ਦੀ ਇਸ ਜੱਦ ਤੋਂ ਬਾਹਰ ਹੋਣ ਕਰਕੇ ਉੱਕਾ ਹੀ ਇਸ ਜਾਤੀ ਝਮੇਲੇ ਤੋਂ ਸੁਤੰਤਰ ਹਨ। ਰਾਜਪੂਤ ਵਰਨ ਸ਼ੰਕਰ ਜਾਤੀ ਦਾ ਜੰਪਲ ਹਨ, ਛਤਰੀ ਨਹੀਂ। ਮਜ਼੍ਹਬੀ ਤੇ ਜੱਟਾਂ ਦੇ ਕਦ ਕਾਠ, ਕੰਮ ਕਾਜ, ਰਹਿਣ ਸਹਿਣ ਆਪਸ ਵਿੱਚ ਮਿਲਦੇ ਜੁਲਦੇ ਹਨ ਅਤੇ ਇੱਥੇ ਆਉਂਦੇ ਹੀ ਰਾਜਪੂਤਾਂ ਨਾਲ ਮਿਲ ਜੁਲ ਗਏ, ਕਿਉਂਕਿ ਇੱਥੇ ਇਹ ਵਰਣਨ ਕਰਨਾ ਬੜਾ ਜ਼ਰੂਰੀ ਹੈ ਕਿ ਮਜ਼੍ਹਬੀਆਂ ਜੱਟਾਂ ਤੇ ਰਾਜਪੂਤਾਂ ਦੇ ਜਾਤੀ ਗੁੱਤ ਆਪਸ ਵਿੱਚ ਕਾਫੀ ਹੱਦ ਤੱਕ ਮੇਲ ਖਾਂਦੇ ਹਨ। ਇਸ ਲਈ ਪੰਜਾਬ ਵਿੱਚ ਖੋਖਰ ਅਤੇ ਗੱਖੜ ਕਾਫੀ ਦੇਰ ਰਾਜ ਭਾਗ ਕਰਦੇ ਰਹੇ। ਪਹਿਲੇ ਪਹਿਲ ਮਜ਼੍ਹਬੀ ਤੇ ਜੱਟ 8ਵੀਂ 9ਵੀਂ ਸਦੀ ਵਿੱਚ ਮੁਸਲਮਾਨੀ ਹਮਲਿਆਂ ਦੀ ਰੋਕਥਾਮ ਲਈ ਰਾਜਿਆਂ ਵੱਲੋਂ ਆਪਣੀਆਂ ਫੌਜਾਂ ਵਿੱਚ ਭਰਤੀ ਕਰਕੇ ਸੂਬਾ ਸਰਹੱਦ ਦੇ ਦਰਿਆ ਉੱਤੇ ਤਾਇਨਾਤ ਕੀਤੇ ਜਾਂਦੇ ਰਹੇ ਸਨ, ਕਿਉਂਕਿ ਉਹ ਬਹੁਤ ਤਕੜੇ ਤੇ ਬਹਾਦਰ ਜੰਗੀ ਯੋਧੇ ਸਨ। ਇਸ ਗੱਲ ਦਾ ਜ਼ਿਕਰ ਕਾਬਲ ਤੇ ਪੰਜਾਬ ਦੇ ਸ਼ਾਹੀ ਰਾਜਿਆਂ ਦੇ ਇਤਿਹਾਸ ਵਿੱਚ ਆਉਂਦਾ ਹੈ। ਬਾਅਦ ਵਿੱਚ ਸੁਲਤਾਨ ਮਹਿਮੂਦ ਦੇ ਹਮਲਿਆਂ ਸਮੇਂ ਮੁਗਲਾਂ ਦਾ ਜ਼ੋਰ ਹੋਣ ਕਰਕੇ ਹਟ ਗਏ ਅਤੇ ਪੰਜਾਬ ਵਿੱਚ ਕਈ ਥਾਵੇਂ ਵਸ ਗਏ। ਫਿਰ ਮਜ਼੍ਹਬੀ ਤੇ ਜੱਟ ਪੰਜਾਬ ਤੋਂ ਬਾਹਰ ਨਾ ਗਏ। ਸਰ ਡੈਂਜਲ ਵੈਸਟਨ ਨੇ ਰੰਗਰੇਟਿਆਂ ਦੇ ਹੇਠ ਲਿਖੇ ਗੋਤ ਦੱਸੇ ਗਏ ਹਨ: ਪੱਟੀ, ਖੋਖਰ, ਕਲਿਆਣਾ, ਸਹੋਤੇ, ਗਿੱਲ, ਧਾਰੀਵਾਲ, ਮੱਟੂ, ਘਾਰੂ, ਲੱਦੜ, ਸਿੰਧੂ, ਸੱਪਰਬੰਦ, ਅਠਵਾਲ, ਕੰਦਾਬਾੜੀ, ਹੰਸ, ਹਾਂਸੀ, ਖੋਖਰ, ਖੋਸਰ, ਬੋਰਤ, ਨਾਇਰ, ਚੌਹਾਨ, ਚਹਿਲ, ਰੰਧਾਵੇ, ਸੰਗਰ, ਬਸਲਾਨ, ਬੈਂਸ, ਸ਼ੇਰਗਿੱਲ, ਢਿਲਵਾਂ, ਬਰਾੜ, ਉਦੇ, ਕਈ, ਨਾਹਰ ਆਦਿ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਬਾਬਾ ਜੀਵਨ ਸਿੰਘ ਜੀ ਦੇ ਵਡਾਰੂ ਵੈਦਿਕ ਕਾਲ ਤੋਂ ਹੁੰਦੇ ਹੋਏ ਪ੍ਰਮਾਣਿਕ ਕਾਲ ਲੰਘ ਸਿੱਧੇ ਪੰਜਾਬ ਦੇ ਰਾਜਪੂਤੀ ਕਾਲ ਦੇ ਸ਼ਾਹੀ ਖੋਖਰ ਖਾਨਦਾਨ ਨਾਲ ਜਾ ਰਲਦੇ ਹਨ। ਇਹੀ ਖੋਖਰ ਪਹਿਲੇ ਪਹਿਲ 13ਵੀਂ ਸਦੀ ਵਿੱਚ ਦਰਿਆ ਜਹਿਲਮ ਦੇ ਚਨਾਹ ਦੇ ਜ਼ਿਲ੍ਹਿਆਂ ਵਿੱਚ ਉਭਰੇ ਤੇ ਫਿਰ ਦਰਿਆ ਸਤਲੁਜ ਤੱਕ ਫੈਲ ਗਏ। ਇਸੇ ਖੋਖਰ ਖਾਨਦਾਨ ਦੇ ਵਡੇਰੇ ਮਾਲਕ ਸੇਖਾ ਖੋਖਰ ਨੇ ਸਿਆਲਕੋਟ ਤੇ ਲਾਹੌਰ ਉੱਪਰ ਕਬਜ਼ਾ ਕਰਕੇ ਪੰਜਾਬ ਵਿੱਚ ਰਾਜ ਕੀਤਾ। ਫਿਰ ਇਸ ਦੇ ਸਪੁੱਤਰ ਰਾਜਾ ਦਸ਼ਰਥ ਖੋਖਰ, ਜੋ ਕਿ ਬਹੁਤ ਬਹਾਦਰ ਯੋਧਾ ਸੀ, ਉਸਨੇ ਦਿੱਲੀ ਦੇ ਸ਼ਹਿਦ ਸੁਲਤਾਨਾ ਦੇ ਸਮੇਂ ਤੋਂ ਮੁਗਲਾਂ ਦੇ ਪ੍ਰਾਰੰਭ ਕਾਲ ਤੱਕ ਸਰਹੰਦ ਬਾਮਣੀ ਤੱਕ ਸਾਰਾ ਇਲਾਕਾ, ਜਿਸ ਵਿੱਚ ਦਰਿਆ ਸਤਲੁਜ ਤੋਂ ਉਰਾਰ ਪਾਰ ਦੇ ਸਾਰੇ ਇਲਾਕੇ ਇਸ ਦੇ ਰਾਜ ਵਿੱਚ ਸਨ। ਇਹਨਾਂ ਖੋਖਰਾਂ ਦੇ ਦਾਦਨ ਖਾਨ, ਚਨਿਓਟ, ਇਸ਼ਰਾ, ਲਾਹੌਰ, ਕਾਨੂੰਵਾਨ, ਗੁਰਦਾਸਪੁਰ, ਵੈਰੋਵਾਲ, ਭਰੋਵਾਲ ਨੇੜੇ, ਗੋਇੰਦ, ਰਈਆ, ਅੰਮ੍ਰਿਤਸਰ ਅਤੇ ਰਾਏਨੰਗਲ ਸਿਆਲਕੋਟ ਖੇਤਰ ਵਿੱਚ ਮੀਰੋਵਾਲ, ਡੰਡ, ਮਰਦਾਨਾ, ਔਲੀਆਪੁਰ ਆਦਿ ਪਿੰਡ ਵਸਾਏ। ਸਿੱਖਾਂ ਖੋਖਰ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਰਾਜਾ ਦਸ਼ਰਥ ਖੋਖਰ ਨੇ ਲਾਹੌਰ, ਜਲੰਧਰ, ਸਰਹੰਦ ਆਦਿ ਥਾਵਾਂ 'ਤੇ ਕਾਫੀ ਸਮੇਂ ਤੱਕ ਰਾਜ ਕੀਤਾ। ਉਸ ਦੀ ਕਿਸਮਤ ਨੇ ਸਾਥ ਨਾ ਦਿੱਤਾ। ਉਸ ਪਾਸੋਂ ਕਾਫੀ ਸਾਰਾ ਇਲਾਕਾ ਖੁੱਸ ਗਿਆ, ਫਿਰ ਸਿਰਫ ਲਾਹੌਰ ਦਾ ਰਾਜ ਰਿਹਾ। ਉਸ ਤੋਂ ਬਾਅਦ ਮੁਗਲ ਕਾਲ ਵਿੱਚ ਇਹਨਾਂ ਦਾ ਰਾਜ ਖਤਮ ਹੋਣਾ ਸ਼ੁਰੂ ਹੋ ਗਿਆ। ਅਕਬਰ ਦੇ ਰਾਜ ਵੇਲੇ ਇਲਾਕਾ ਲਾਹੌਰ ਵਿੱਚ 52 ਵਿੱਚੋਂ ਕੇਵਲ 5 ਪਰਗਣੇ, ਇਲਾਕਾ ਚਨਾਹ ਵਿੱਚ 21 ਵਿੱਚੋਂ 7 ਪਰਗਣੇ, ਮੁਲਤਾਨ ਵਿੱਚ 10 ਵਿੱਚੋਂ 3 ਪਰਗਣੇ, ਬਿਸਤ ਜਲੰਧਰ ਤੇ ਰਚਨਾ ਦਵਾਬ ਵਿੱਚ ਕੇਵਲ ਇੱਕ ਪਰਗਣਾ, ਸਿੰਧ ਘਾਟੀ ਦੇ ਪੱਛਮ ਵਿੱਚ ਬੈਰੂਨੇ ਪੰਜਨਾਦ ਵਿੱਚ 1 ਪਰਗਣਾ ਹੀ ਬਾਕੀ ਰਹਿ ਗਏ ਸਨ। ਫਿਰ ਛੇਤੀ ਹੀ ਇਹ ਸਾਰੇ ਪਰਗਣੇ ਖੋਖਰਾਂ ਦੇ ਹੱਥੋਂ ਨਿਕਲ ਗਏ ਤੇ ਉਸ ਵਕਤ ਇਹਨਾਂ ਦੀ ਜਨਸੰਖਿਆ 2 ਲੱਖ ਦੱਸੀ ਗਈ। ਉਪਰੋਕਤ ਕਥਨ ਸਰ ਡੈਂਜਲ ਵੈਸਟਨ ਦੀ ਪ੍ਰਸਿੱਧ ਰਚਨਾ ਏ ਗਲੋਸਰੀ ਆਫ ਦੀ ਟ੍ਰਾਈਬਜ਼ ਐਂਡ ਕਾਸਟ ਆਫ ਦੀ ਪੰਜਾਬ ਨਾਰਥ ਵੈਸਟ ਫਰੰਟੀਅਰ ਪ੍ਰੋਵੈਸਟ ਭਾਗ ਦੂਜਾ ਵਿੱਚੋਂ ਪੰਨਾ 539 ਤੋਂ 549 ਤੱਕ ਆਸਾਨੀ ਨਾਲ ਉਪਲਬਧ ਹੁੰਦੇ ਹਨ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਰੰਗਰੇਟੇ ਭਗਵਾਨ ਰਾਮ ਨੂੰ ਆਪਣਾ ਇਸ਼ਟ ਅਥਵਾ ਪੂਜਨੀਕ ਦੇਵਤਾ ਸਮਝਦੇ ਸਨ, ਜਿਸ ਕਾਰਨ ਉਹ ਭਗਵਾਨ ਰਾਮ ਨੂੰ ਆਪਣੀ ਜਾਤ ਬਰਾਦਰੀ ਨਾਲ ਸੰਬੰਧ ਹੋਣ ਕਰਕੇ ਰੰਗਰੇਟਾ ਹੀ ਮੰਨਦੇ ਹਨ। ਜਿਵੇਂ ਕਿ ਇੱਕ ਲੋਕ ਅਖਾਣ ਹੈ, ਰਾਮ ਜਾਤ ਰੰਗਰੇਟੜੋ, ਕ੍ਰਿਸ਼ਨ ਕੀ ਜਾਤ ਅਹੀਰ, ਬ੍ਰਹਮਾ ਜਾਤ ਕੁਮਾਰ ਹੈ, ਸ਼ਿਵ ਕੀ ਜਾਤ ਫਕੀਰ। ਇਸ ਲਈ ਮਜ਼੍ਹਬੀ ਸਿੱਖਾਂ ਦੇ ਵਡੇਕਿਆਂ ਦੇ ਨਾਂ ਨਾਲ ਵੀ ਇਹੋ ਅੱਲ ਪੱਕੇ ਤੌਰ 'ਤੇ ਉਹਨਾਂ ਦੇ ਖੋਖਰ ਰਾਜਪੂਤ ਜਾਤੀ ਨਾਲ ਸੰਬੰਧਿਤ ਹੋਣ ਕਰਕੇ ਜੁੜ ਗਈ, ਜਿਸ ਕਰਕੇ ਉਹ ਹੁਣ ਤੱਕ ਖਾਲਸਾ ਪੰਥ ਦੇ ਇਤਿਹਾਸ ਵਿੱਚ ਰੰਗਰੇਟੇ ਨਾਂ ਨਾਲ ਪ੍ਰਸਿੱਧ ਹਨ। ਜਿਵੇਂ ਕਿ ਪਹਿਲਾਂ ਹੀ ਬਿਆਨ ਕੀਤਾ ਜਾ ਚੁੱਕਾ ਹੈ ਕਿ ਜੱਟ ਤੇ ਰੰਗਰੇਟਾ ਦੋਨੋਂ ਹੀ ਬ੍ਰਾਹਮਣੀ ਜਾਤ ਪਾਤ ਦੇ ਝਮੇਲੇ ਤੋਂ ਸੁਤੰਤਰ ਹਨ ਤੇ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੋ ਕੰਮ ਬਹਾਦਰੀ ਦੇ ਕੀਤੇ ਉਹ ਸਿੱਖ ਇਤਿਹਾਸ ਵਿੱਚ ਆਪਣੀ ਮਿਸਾਲ ਆਪ ਹਨ। ਇਸ ਪੁਸਤਕ ਦੇ ਭਾਗ 7 ਵਿੱਚ ਗੁਰੂ ਨਾਨਕ ਦੇਵ ਜੀ ਭਾਵ 1469 ਈਸਵੀ ਤੋਂ ਲੈ ਕੇ 1947 ਈਸਵੀ ਤੱਕ ਯਾਨੀ ਕਿ 478 ਸਾਲ ਉਹਨਾਂ ਰੰਗਰੇਟੇ ਮਹਾਂਸੂਰਬੀਰਾਂ, ਜਰਨੈਲਾਂ ਤੇ ਵਿਦਵਾਨਾਂ ਮਹਾਂਪੁਰਸ਼ਾਂ ਬਾਰੇ ਵਰਣਨ ਕੀਤਾ ਗਿਆ ਹੈ, ਜਿਨ੍ਹਾਂ ਨੇ ਗੁਰੂ ਘਰ ਲਈ ਅਕਹਿ ਤੇ ਅਸਹਿ ਤਸੀਹੇ ਚੱਲੇ ਅਤੇ ਖਾਲਸੇ ਦੀ ਚੜ੍ਹਦੀ ਕਲਾ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ।